ਸਾਹਿਬਾਂ ਨੂੰ ਕਹਿੰਦਾ, ਸਾਹਿਬਾ ਅਸੀਂ ਤੇ ਭੁੱਖੇ ਪਸ਼ੂਆਂ ਦੀ ਤਰ੍ਹਾਂ ਹਾਂ, ਜਿਵੇਂ ਉਹ ਹਰਾ ਖੇਤ ਵੇਖ ਕੇ ਦੌੜਦੇ ਆ ਨਾ, ਇਦਾਂ ਅਸੀਂ ਵੀ ਮਾਲ ਹਸਪਤਾਲ ਵਾਲਾ ਦੇਖ ਕੇ ਬੰਦਾ ਦੌੜਦੇ। ਸਾਡੀ ਹਾਲਤ ਇਦਾਂ ਦੀ ਬਣ ਚੁੱਕੀ ਹੈ। ਨਿਜ ਸਥਾਨ ਕੋ ਤਜ ਤਜ ਜਾਈ, ਕਹਿੰਦੇ ਹਨ ਆਪਣੇ ਸਥਾਨ ਨੂੰ ਛੱਡ ਕੇ ਅਸੀਂ ਹੋਰ ਥਾਵਾਂ ਤੇ ਵਪਾਰ ਕਰਨ ਦੇ ਲਈ, ਪੈਸਾ ਲੁੱਟਣ ਦੇ ਲਈ, ਪੈਸਾ ਇਕੱਤਰ ਕਰਨ ਦੇ ਲਈ ਜਾਣੇ ਆ। ਬਹੁ ਪਰਪੰਚ ਕਰ ਪਰ ਧਨ ਲਿਆਵਾਂ, ਸੁਤਦਾਰਾ ਵੇ ਆਨ ਲਟਾਵਾਂ। ਥਾਂ ਨੂੰ ਛੱਡ ਕੇ ਜਗ੍ਹਾ ਜਗ੍ਹਾ ਤੇ ਜਾਣੇ ਆ ਨਾ ਵੀ ਪੈਸਾ ਮਿਲੇ। ਸੁਤਦਾਰਾ ਪਿਆਨ ਲਟਾਵਾਂ, ਮਨ ਮੇਰੇ ਭੂਦੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਾ ਲੀਜੈ। ਜਿੰਨੇ ਮਰਜ਼ੀ ਕਪਟ ਕਰ, ਪਰ ਤੇਰੀ ਜਿੰਦ ਤੋਂ ਲੇਖਾ ਲੈਣਾ ਕਰਤਾ, ਤੇਰੀ ਜਿੰਦ ਤੋਂ। ਇਸ ਲਈ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਹਿਬ ਕਹਿੰਦੇ ਆ ਵੀ ਤੂੰ ਥਾਂ ਛੱਡ ਕੇ, ਜਗ੍ਹਾ ਛੱਡ ਕੇ ਹੋਰ ਥਾਵਾਂ ਤੇ ਜਾ ਕਰਕੇ ਇਕੱਤਰ ਕਰਦਾ ਹੈ ਮਾਇਆ। ਖੇਤੀ ਵਿਚੈ ਮੈਂ ਪਰ ਹੈ ਧਾਈ, ਕਹਿੰਦੇ ਹਨ ਖੇਤੀ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ, ਤੇ ਉਹਨੂੰ ਖਾਣ ਦੇ ਲਈ ਮਨ ਦੇ ਅੰਦਰ ਜਿਹੜੀ ਹੈ ਲਾਲਸਾ ਹੁੰਦੀ ਹੈ। ਕਾਠ ਭਾਰ ਗੁਰ ਸ਼ਬਦ ਮਹਾਨਾ, ਕਹਿੰਦੇ ਹਨ ਕਾਠ ਭਾਰ ਗੁਰ ਸ਼ਬਦ ਮਹਾਨਾ। ਕਾਠ ਕਹਿੰਦੇ ਡਕੇ, ਕਹਿੰਦੇ ਹਨ ਜਿਹੜਾ ਪਸ਼ੂ, ਜਦੋਂ ਆਪਾਂ ਪਸ਼ੂ ਪਹਿਲੇ ਸਮਿਆਂ 'ਚ ਹੁੰਦਾ ਸੀ, ਹੁਣ ਤੇ ਚਲੋ ਪਸ਼ੂ ਨਹੀਂ ਅਗਲਾ ਕੋਈ ਛੱਡਦਾ, ਨਾ ਹੀ ਚਾਰ ਗਾਂ ਰਹੀਆਂ ਤੇ ਨਾ ਹੀ ਕੋਈ ਪਸ਼ੂ ਹੁਣ ਚਾਰਨ ਨਹੀਂ ਛੱਡਦਾ। ਸਿਰਫ ਆ ਗੁੱਜਰ ਨੇ ਜਿਹੜੇ, ਕਿਉਂਕਿ ਇਹਨਾਂ ਦੇ ਵਿਚਾਰਿਆਂ ਕੋਲ ਖੇਤੀ ਖੁੱਤੀ ਨਹੀਂ ਹੈ, ਇਸ ਕਰਕੇ ਟਿੱਬਿਆਂ ਟੁੱਬਿਆਂ ਦੀ ਚਾਰ ਕੇ ਆਉਂਦੇ। ਤੇ ਜੇ ਵੇਖੀਏ ਪਹਿਲਾਂ ਆਪਣੇ ਲੋਕ ਮੱਝਾਂ ਗਾਵਾਂ ਜਿੰਨਾ ਵੀ ਹੁੰਦਾ ਸੀ ਉਹ ਛੱਡਦੇ ਸਨ ਚਰਨ ਦੇ, ਮੱਝਾਂ ਚਰਾਉਂਦੇ ਸਨ। ਅਸੀਂ ਆਪ ਚਰਾਈਆਂ ਮੱਝਾਂ। ਤੇ ਜਿਹੜੀ ਮੱਝ ਅਵੈੜੀ ਹੁੰਦੀ ਸੀ ਨਾ, ਮਤਲਬ ਕਿ ਜ਼ਿਆਦਾ ਤੰਗ ਕਰਦੀ ਸੀ, ਕਿਉਂਕਿ ਲਾਗੇ ਰੋਡ ਵੀ ਹੁੰਦਾ, ਤੇ ਇਸ ਕੀ ਉਹ ਰੋਡ ਤੇ ਨਾ ਚੜ ਜੇ, ਕੋਈ ਗੱਡੀ ਫੇਟ ਨਾ ਮਾਰ ਜੇ। ਇਸ ਲਈ ਫਿਰ ਨਾ ਜਿਹੜੀ ਜ਼ਿਆਦੀ ਅਵੈੜੀ ਹੁੰਦੀ ਸੀ ਉਹਦੇ ਗਲ ਵਿੱਚ ਕਿੱਲਾ ਬੰਨਿਆ ਜਾਂਦਾ ਸੀ, ਉਹਦੇ ਗਲ ਵਿੱਚ ਕਿੱਲਾ ਬੰਨਿਆ ਜਾਂਦਾ ਸੀ ਵੀ ਜਦੋਂ ਭੱਜੇਗੀ ਦੌੜੇਗੀ ਤਾਂ ਕਿੱਲਾ ਲੱਤਾਂ 'ਚ ਵੱਜੇਗਾ ਤੇ ਫਿਰ ਇਹ ਦੌੜੇਗੀ ਨਹੀਂ, ਸੜਕ ਵੱਲ ਨੂੰ ਹੋਰ ਕਿਸੇ ਪਾਸੇ ਦੌੜ ਕੇ ਬਾਹਰ ਨਹੀਂ ਨਿਕਲੇਗੀ, ਨੁਕਸਾਨ ਨਹੀਂ ਕਰੇਗੀ। ਇਸ ਲਈ ਉਹਦੇ ਭਾਰ ਬੰਨ ਦਿੱਤਾ ਜਾਂਦਾ ਸੀ ਗਲ ਵਿੱਚ, ਕਿੱਲਾ ਭਾਰਾ ਜਿਹਾ ਕਿੱਲਾ ਉਹਦੇ ਗਲ ਵਿੱਚ ਬੰਨ ਦੇਣਾ ਵੀ ਜਦੋਂ ਦੌੜੇਗੀ, ਅਵੈੜੀ ਮੱਝ ਦੌੜੇਗੀ ਭੱਜੇਗੀ ਤੇ ਕਿੱਲਾ ਵੱਜੇਗਾ ਲੱਤਾਂ ਤੇ ਰੁਕ ਜਾਵੇ। ਹੁਣ ਆਹ ਜਿਹੜੀਆਂ ਗੱਲਾਂ ਨੇ ਨਾ ਜੀ, ਅੱਜ ਦੀ ਜਨਰੇਸ਼ਨ ਨੂੰ ਨਹੀਂ ਸਮਝਣ। ਜੇ ਇਤਿਹਾਸ ਪੜਾਂਗੇ, ਬਾਣੀ ਪੜਾਂਗੇ, ਹੁਣ ਜਿਹਨੇ ਵੇਖਿਆ ਵੀ ਮੱਝਾਂ ਚਾਰਦਿਆਂ ਨੂੰ ਚਰਾਈਆਂ ਨਹੀਂ, ਉਹ ਕਿਵੇਂ ਗੱਲ ਕਰ ਸਕਦਾ? ਨਹੀਂ ਪਤਾ ਨਾ। ਜੇ ਮੈਂ ਕਹਾਂ ਵੀ ਭਾਰ ਬੰਨਿਆ ਜਾਂਦਾ, ਕਾਹਦੇ ਲਈ ਬੰਨਿਆ ਜਾਂਦਾ, ਨਹੀਂ ਪਤਾ। ਇਸ ਕਰਕੇ ਵੀ ਉਹ ਭੱਜੇ ਨਾ, ਜੇ ਭੱਜੇ ਤੇ ਕਿੱਲਾ ਜਦੋਂ ਲੱਤਾਂ ਦੇ ਵੱਜੇਗਾ ਤੇ ਉਹ ਰੁਕ ਜਾਵੇ। ਇਸ ਲਈ ਕਿੱਲਾ ਉਹਦੇ ਗਲ ਵਿੱਚ ਬੰਨਿਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਉਹ ਉਦਾਹਰਨ ਦੇ ਰਹੇ। ਸਾਹਿਬ ਕਹਿੰਦੇ ਆ ਵੀ ਜੇ ਮੱਝ ਹਰਾ ਖੇਤ ਵੇਖ ਕੇ ਦੌੜਦੀ ਹੋਵੇ ਨਾ, ਤੇ ਗਲ ਵਿੱਚ ਕਿੱਲਾ ਪਾ ਦੇਣਾ ਚਾਹੀਦਾ। ਤੂੰ ਕਿਹਾ ਨਾ ਆਪਣੇ ਆਪ ਨੂੰ ਵੀ ਅਸੀਂ ਸਤਿਗੁਰੂ ਪਸ਼ੂ ਨਿਆਈ ਹਾਂ, ਹਰਾ ਖੇਤ ਵੇਖ ਕੇ ਤੇ ਦੌੜਦੇ ਆ, ਭਾਵ ਕੀ ਮਾਇਆ ਇਕੱਤਰ ਕਰਨ ਦੇ ਲਈ। ਤੇ ਸਾਹਿਬ ਕਹਿੰਦੇ ਫਿਰ ਗਲ 'ਚ ਭਾਰਾ ਕਿੱਲਾ ਪਾ ਦੇਣਾ ਚਾਹੀਦਾ। ਜਿਹੜਾ ਅਵੈੜਾ ਪਸ਼ੂ ਜਿਹੜਾ ਦੌੜੇ ਨਾ, ਤੇ ਉਹਦੇ ਗਲ 'ਚ ਭਾਰਾ ਕਿੱਲਾ ਬੰਨ ਦੇ। ਤੇ ਕਾਹਦਾ ਕਿੱਲਾ ਬੰਨਦੀ ਹੈ? ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਸ਼ਬਦ ਮਹਾਨਾ, ਕਹਿੰਦੇ ਗੁਰੂ ਦੇ ਸ਼ਬਦ ਦਾ ਕਿੱਲਾ ਬੰਨ ਆਪਣੇ ਗਲ 'ਚ। ਬੜੀ ਵੱਡੀ ਗੱਲ ਹੈ। ਜਦੋਂ ਉਹਨੇ ਪਸ਼ੂ ਦੀ ਗੱਲ ਕੀਤੀ ਨਾ ਵੀ ਪਸ਼ੂਆਂ ਸੀ ਤੇ ਹਰਾ ਖੇਤ ਵੇਖ ਕੇ ਲੌਕ ਪੈਨੇ ਆ, ਨਹੀਂ ਵੇਖਦੇ ਵੀ ਫਸਲ ਕਿਹੜੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਠੀਕ ਹੈ, ਜੇ ਤੂੰ ਅਵੈੜਾ ਪਸ਼ੂ ਬਣ ਗਿਆ ਤੇ ਫਿਰ ਆਪਣੇ ਗਲ ਵਿੱਚ ਭਾਰਾ ਕਿੱਲਾ ਬੰਨ ਲੈ ਬਈ। ਕਾਹਦਾ ਕਿੱਲਾ? ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਦਾ। ਜਦੋਂ ਤੂੰ ਠੱਗੀ ਮਾਰਨ ਲੱਗੇ, ਜਦੋਂ ਤੂੰ ਚੋਰੀ ਕਰਨ ਲੱਗੇ, ਜਦੋਂ ਤੂੰ ਹੱਕ ਪਰਾਇਆ ਖਾਣ ਲੱਗੇ, ਤੇ ਜਦੋਂ ਤੇਰੇ ਕੰਠੇ ਵਿੱਚ, ਤੇਰੇ ਗਲ ਵਿੱਚ, ਕੰਠ ਵਿੱਚ ਭਾਵ ਕੀ ਗਲ ਵਿੱਚ, ਹਿਰਦੇ ਰੂਪੀ ਘਰ ਵਿੱਚ ਅੰਤਰਾਤਮੇ ਜਦੋਂ ਸ਼ਬਦ ਹੋਵੇਗਾ ਤੇ ਸ਼ਬਦ ਆਵਾਜ਼ ਮਾਰ ਕੇ ਕਹੇਗਾ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਕਹਿੰਦੇ ਆ ਫਿਰ ਉਹ ਸ਼ਬਦ ਤੈਨੂੰ ਆਵਾਜ਼ ਦੇ। ਇਸ ਲਈ ਉਹ ਭਾਰਾ ਕਿੱਲਾ ਸ਼ਬਦ ਦਾ ਸਮਝਾਉਣ ਦਾ ਤਰੀਕਾ ਸਤਿਗੁਰਾਂ ਦਾ, ਕਿਉਂਕਿ ਉਹ ਗੱਲ ਉਹਨੇ ਏਦਾਂ ਦੀ ਕੀਤੀ। ਪਸ਼ੂ ਬਿਰਤੀ ਆ, ਸਾਡੀ ਬਿਰਤੀ ਏਦਾਂ
ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਉਦਾਹਰਨ ਉਦਾਂ ਦੀ ਦਿੱਤੀ ਹੈ, ਕਿਉਂਕਿ ਪਸ਼ੂਆਂ ਦਾ ਛੇੜੂ ਵੀ ਰਿਹਾ ਮੇਰਾ ਨਾਨਕ। ਗੁਰੂ ਨਾਨਕ ਸਾਹਿਬ ਪਸ਼ੂਆਂ ਦਾ ਛੇੜੂ ਵੀ ਰਿਹਾ, ਭਾਵ ਕਿ ਪਸ਼ੂ ਵੀ ਚਰਾਂਦਾ ਰਿਹਾ, ਪਸ਼ੂ ਵੀ ਚਰਾਏ ਆ ਗੁਰੂ ਨਾਨਕ ਸਾਹਿਬ ਨੇ। ਤੇ ਸਤਿਗੁਰਾਂ ਨੂੰ ਤਰਕੀਬ ਤਰੀਕੇ ਪਤਾ ਨਹੀਂ, ਤੇ ਤਾਂ ਕਰਕੇ ਮਧੁਰ ਬੈਣ ਨੂੰ ਸਮਝਾਇਆ, ਮਧੁਰ ਬੈਣ ਜੇ ਮਨ ਪਸ਼ੂ ਨਿਆਈ ਹੈ ਨਾ ਤੇ ਫਿਰ ਇਹਨੂੰ ਕਿੱਲਾ ਪਾਉਣ ਦੇ ਲਈ ਵਸ ਚ ਕੀਤਾ ਜਾ ਸਕਦਾ, ਇਹ ਰੁਕ ਜਾਏਗਾ ਜਦੋਂ ਕਿੱਲਾ ਇਹਦੇ ਗਲ ਵਿੱਚ ਪੈ ਗਿਆ। ਇਸ ਲਈ ਨਾਮ ਦਾ ਕਿੱਲਾ ਇਹਦੇ ਗਲ ਵਿੱਚ ਪਾ ਦੇ ਤਾਂ ਕਿ ਇਹ ਰੁਕ ਜਾਵੇ। ਨਾਮ ਦਾ ਕਿੱਲਾ ਪਾ ਇਹਦੇ ਗਲ ਵਿੱਚ ਕਿ ਇਹ ਤੇਰਾ ਮਨ ਅਵੈੜਾ ਜਿਹੜਾ ਹੈ ਇਹ ਰੁਕ ਜਾਵੇ। ਜਿਨ ਘਰ ਪਾਏ ਸੋ ਧਾਰਨ ਠਾਨਾ, ਕਹਿੰਦੇ ਜਿਨ੍ਹਾਂ ਪਸ਼ੂਆਂ ਦੇ ਗਲ ਵਿੱਚ ਇਹ ਪਾਇਆ ਜਾਂਦਾ ਨਾ, ਕਹਿੰਦੇ ਹਨ ਉਹ ਫਿਰ ਪਸ਼ੂ ਟਿਕ ਜਾਂਦੇ ਆ। ਕਿੰਨੀ ਕੁ ਦੇਰ ਭੱਜੇਗਾ, ਕਿੰਨੀ ਕੁ ਦੇਰ ਭੱਜੇਗਾ, ਪਾਇਆ ਇਸ ਕਰਕੇ ਜਾਂਦਾ ਵੀ ਭੱਜ ਫਿਰ ਹੁਣ। ਪਹਿਲਾਂ ਤੇ 2 ਕੁ ਦਿਨ ਐਵੇਂ ਛੱਡ ਕੇ ਵੇਖਿਆ ਜਾਂਦਾ ਵੀ ਹੈ ਤੇ ਅਵੈੜਾ, ਚੱਲ ਕੋਈ ਨਹੀਂ ਵੀ ਜ਼ਰੂਰੀ ਇਹਦੇ ਗਲ 'ਚ ਭਾਰ ਬੰਨਣਾ, ਲੱਤਾਂ ਤੇ ਵੱਜੇਗਾ, ਸੱਟ ਲੱਗੇਗੀ। ਕਿਸਾਨ ਤੇ ਸੋਚਦਾ ਹੈ, ਬੰਦਾ ਜਿਹੜਾ ਗਵਾਲਾ ਹੈ ਉਹ ਤੇ ਸੋਚਦਾ ਹੈ, ਇੱਕ ਪਸ਼ੂ ਰੱਖਣ ਵਾਲਾ ਤੇ ਸੋਚਦਾ ਵੀ ਚੱਲ ਇਹਦੇ ਸੱਟ ਨਾ ਵੱਜੇ। ਪਰ ਜਦੋਂ ਇੱਕ ਦਿਨ ਜਾਇਆ ਵੀ ਪਸ਼ੂ ਨੁਕਸਾਨ ਕਰੇ, ਦੂਜੇ ਦਿਨ ਚਾਰਨ ਗਿਆ ਤੇ ਉਦੋਂ ਵੀ ਨੁਕਸਾਨ ਕਰੇ, ਏਦਾਂ ਰੋਜ਼ ਦਾ ਉਹਦਾ ਕਰਮ ਬਣ ਜੇ ਤੇ ਫਿਰ ਕੁਝ ਨਾ ਕੁਝ ਤਰੀਕਾ ਤੇ ਸੋਚਣਾ ਹੀ ਪੈਂਦਾ। ਇਸ ਲਈ ਫਿਰ ਕਹਿੰਦੇ ਆ ਉਹ ਫਿਰ ਯਤਨ ਕਰਦਾ ਵੀ ਇਹਦੇ ਗਲ 'ਚ ਹੁਣ ਕਿੱਲਾ ਪਾ ਹੀ ਦਈਏ ਤੇ ਟਿਕਦਾ ਹੀ। ਇਸ ਕਰਕੇ ਫਿਰ ਉਹ ਕਿੱਲਾ ਪਾਣਾ ਪੈਂਦਾ। ਤੇ ਜਦੋਂ ਕਿੱਲਾ ਗਲ ਵਿੱਚ ਪੈ ਜਾਂਦਾ ਤੇ ਫਿਰ ਪਸ਼ੂ ਕਹਿੰਦੇ ਆ ਜਿਨ੍ਹਾਂ ਦੇ ਗਲਾਂ ਵਿੱਚ ਕਿੱਲੇ ਪੈ ਗਏ ਆ ਉਹ ਟਿਕ ਜਾਂਦੇ ਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਮਧੁਰ ਬੈਣ ਜਿਨ੍ਹਾਂ ਦੇ ਹਿਰਦੇ ਵਿੱਚ ਕਰਤਾਰ ਦਾ ਨਾਮ, ਭਾਵ ਕਿ ਨਾਮ ਰੂਪੀ ਕਿੱਲਾ ਜਦੋਂ ਸ਼ਬਦ ਰੂਪੀ ਜਦੋਂ ਗਲ ਵਿੱਚ ਪੈ ਗਿਆ ਤੇ ਕਹਿੰਦੇ ਫਿਰ ਟਿਕਾ ਆ ਗਿਆ ਉਹਨਾਂ ਦੇ ਹਿਰਦਿਆਂ 'ਚ, ਧੀਰਜ ਪੈਦਾ, ਸ਼ਾਂਤੀ ਆ ਗਈ, ਉਹ ਟਿਕ ਗਏ। ਕਹਿੰਦੇ ਜਿਨ ਗੁਰ ਪਾਏ ਸੋ ਧਾਰਨ ਠਾਨਾ, ਜਿਨ੍ਹਾਂ ਨੂੰ ਗੁਰੂ ਨੇ ਸ਼ਬਦ ਦਾ ਇਹ ਕਿੱਲਾ ਗਲ ਵਿੱਚ ਪਾ ਦਿੱਤਾ, ਕਹਿੰਦੇ ਉਹ ਟਿਕ ਗਏ, ਟਿਕਾ ਵਿੱਚ ਆ ਗਏ। ਬਾਹਰ ਨਾ ਦੌੜੇ ਕਰ ਅਨੁਸਾਰੇ, ਕਹਿੰਦੇ ਕਹਣ ਫਿਰ ਉਹ ਦੌੜਦੇ ਨਹੀਂ, ਆਪਣੇ ਖਸਮ ਆਪਣੇ ਮਾਲਕ ਅਨੁਸਾਰ ਚੱਲਦੇ ਆ। ਹੁਣ ਪਤਾ ਵੀ ਗਲ 'ਚ ਕਿੱਲਾ ਪਾਇਆ, ਦੌੜਾਂਗਾ ਤੇ ਸੱਟ ਵੱਜੇ, ਗੋਡਿਆਂ 'ਚ ਆ ਕੇ ਵੱਜਣਾ ਕਿੱਲਾ। ਇਸੇ ਤਰ੍ਹਾਂ ਫਿਰ ਉਹ ਮਾਲਕ ਅਨੁਸਾਰ ਹੀ ਚੱਲਦੇ ਆ, ਵੀ ਮਾਲਕ ਜਿਵੇਂ ਤੋਰੀ ਜਾਂਦਾ ਉਵੇਂ ਤੁਰਨਾ ਪੈਂਦਾ ਦੂਜੇ ਪਸ਼ੂਆਂ ਤਰ੍ਹਾਂ। ਜਿਹੜੇ ਸਿਆਣੇ ਪਸ਼ੂ ਨੇ ਉਹ ਤੁਰਦੇ ਨੇ ਨਾ ਇੱਕ ਕਤਾਰ 'ਚ ਕਲੈਣ, ਤੇ ਫਿਰ ਜਿਹੜਾ ਅਵੈੜਾ ਉਹਦੇ ਗਲ 'ਚ ਕਿੱਲਾ ਬੱਧਾ ਉਹ ਵੀ ਫਿਰ ਉਹਨਾਂ ਦੇ ਮਗਰ ਉਦਾਂ ਹੀ ਤੁਰਦਾ ਹੈ। ਇਸੇ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਉਹ ਗੁਰੂ ਅਨੁਸਾਰੀ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ। ਸੇ ਹਰ ਦਰਗਾਹ ਜਾਹੇ ਸੁਖਾਰੇ, ਕਹਿੰਦੇ ਹਰੀ ਦੀ ਦਰਗਾਹ ਵਿੱਚ ਫਿਰ ਉਹ ਸੌਖੇ ਹੋ ਕੇ ਜਾਂਦੇ, ਭਾਵ ਕਿ ਸੁਰਖਰੂ ਹੋ ਕੇ ਜਾਂਦੇ, ਸਿਰ ਤੇ ਭਾਰ ਨਹੀਂ ਹੁੰਦਾ। ਕਾਹਦਾ? ਮਾਇਆ ਦਾ, ਵਿਕਾਰਾਂ ਦਾ, ਹੋਰ ਚੀਜ਼ਾਂ ਦਾ ਭਾਰ ਸਿਰ ਤੋਂ ਲੱਥ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਆ ਕਬੀਰ ਬੇੜਾ ਜਰ ਜਰਵਾ ਫੂਟੇ ਸ਼ੇਖ ਹਜ਼ਾਰ, ਹਰਵੇ ਗਰਵੇ ਤਰ ਗਏ ਡੂਬੇ ਜਨ ਸਿਰ ਭਾਰ। ਜਿਹੜੇ ਮਨਾ ਮੂਗੀ ਭਾਰ ਸਿਰਾਂ ਤੇ ਚੁੱਕੀ ਫਿਰਦੇ ਸਨ ਉਹ ਡੁੱਬ ਗਏ, ਤੇ ਜਿਨ੍ਹਾਂ ਦੇ ਭਾਰ ਸਿਰਾਂ ਤੇ ਨਹੀਂ ਸੀ ਉਹ ਤਰ ਗਏ। ਇਸ ਲਈ ਇਹ ਭਾਰ ਹੈ ਮਾਇਆ ਦਾ, ਵਿਕਾਰਾਂ ਦਾ ਭਾਰ ਜਿਨ੍ਹਾਂ ਲਾ ਲਿਆ ਉਹ ਤਰ ਗਏ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਸੌਖੇ ਹੀ ਕਰਤਾਰ ਦੀ ਦਰਗਾਹ 'ਚ ਜਾਂਦੇ ਹਨ। ਅਸ ਪ੍ਰਕਾਰ ਕੋ ਸੁਣ ਉਪਦੇਸਾ, ਇਸ ਤਰ੍ਹਾਂ ਬੜੇ ਸੋਹਣੇ ਤਰੀਕੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਇਹ ਮੁਬਾਰਕ ਸ਼ਬਦ ਨੂੰ ਸੁਣ ਕਰਕੇ, ਇਹਨਾਂ ਬਚਨਾਂ ਨੂੰ ਸੁਣ ਕਰਕੇ, ਇਹਨਾਂ ਉਪਦੇਸ਼ਾਂ ਨੂੰ ਸੁਣ ਕਰਕੇ ਹਿਰਦੇ ਰੂਪੀ ਘਰ ਵਿੱਚ ਬੜਾ ਪਿਆਰ ਜਾਗਿਆ ਹੈ। ਨਾਮ ਲਕੀਲ ਹਿਰਦੇ ਨਰੇਸਾ, ਕਹਿੰਦੇ ਕਨ ਹੁਣ ਇਸ ਮਧੁਰ ਬੈਣ ਰਾਜੇ ਦੀ ਕਰਤਾਰ ਦੇ ਨਾਮ ਵਿੱਚ ਲਿਵ ਜੁੜ ਗਏ। ਸਤਿਗੁਰਾਂ ਦੇ ਮੁਬਾਰਕ ਬਚਨ ਸੁਣੇ ਤੇ ਬਚਨ ਸੁਣਦਿਆਂ ਸਾਰ ਅੰਦਰ ਹਿਰਦੇ ਰੂਪੀ ਘਰ 'ਚ ਕਰਤਾਰ ਨਾਲ ਲਿਵ ਜੁੜ ਗਈ ਹੈ। ਭਾਉ ਭਗਤ ਹਿਰਦੇ ਮੈਂ ਜਾਗੀ, ਕਹਿੰਦੇ ਕਨ ਪ੍ਰੇਮਾ ਭਗਤੀ ਜਿਹੜੀ ਸੀ ਹਿਰਦੇ ਰੂਪੀ ਘਰ ਵਿੱਚ ਜਾਗ ਪਈ ਹੈ। ਸਤ ਸੰਗਤ ਮੈਂ ਮਤ ਅਨਰਾਗੀ, ਸਤ ਸੰਗਤ ਕਰਨ ਵਾਲੀ ਗੁਣ ਮਤ ਜਿਹੜੀ ਕਿ ਉਹ ਬਣ ਗਈ ਵੀ ਮੈਂ ਤੇ ਰੋਜ਼ ਸੰਗਤ ਕਰਿਆ ਕਰਾਂਗਾ। ਜਿਵੇਂ ਅਸੀਂ ਇੱਕ ਦਿਨ ਸ਼ੁਰੂ ਕਰਦੇ ਹਾਂ ਤੇ ਮੁੜ ਕੇ ਫਿਰ ਸਾਡਾ ਚਾਅ ਬਣਦਾ ਹੈ ਵੀ ਕੁਝ ਮਿਲਦਾ ਹੈ, ਕੁਝ ਗਿਆਨ ਹਾਸਲ ਹੁੰਦਾ, ਅਸੀਂ ਰੋਜ਼ ਜਾਵਾਂਗੇ। ਤੇ ਫਿਰ ਜਿਹੜੇ ਇਹ ਧਾਰਨ ਕਰ ਲੈਂਦੇ ਆ ਉਹ ਸੱਚ ਕਹਿ ਕਦੀ ਟੁੱਟਦੇ ਨੇ, ਉਹ ਰੋਜ਼ ਆਉਂਦੇ ਆ, ਉਹ ਰੋਜ਼ ਸੰਗਤ ਕਰਦੇ ਆ, ਉਹਨਾਂ ਨੂੰ ਰੋਜ਼ ਕੁਝ ਨਾ ਕੁਝ ਨਵਾਂ ਗਿਆਨ ਹਾਸਲ ਹੁੰਦਾ ਹੈ, ਉਹਨਾਂ ਦੀ ਰੁਚੀ ਬਣਦੀ ਹੈ, ਉਹਨਾਂ ਨੂੰ ਆਨੰਦ ਮਿਲਦਾ ਹੈ, ਉਹਨਾਂ ਨੂੰ ਸਕੂਨ ਮਿਲਦਾ ਹੈ, ਸਹਿਜ ਮਿਲਦਾ ਹੈ। ਇਸ ਲਈ
ਕਹਿੰਦੇ ਹਨ ਫਿਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਤ ਮਾਣੀ ਤੇ ਫਿਰ ਰੋਜ਼ ਦਾ ਮਨ ਵਿੱਚ ਪਿਆਰ ਪੈਦਾ ਹੋ ਗਿਆ। ਸਤ ਸੰਗਤ ਮੈਂ ਮਤ ਅਨੁਰਾਗੀ, ਰੋਜ਼ ਕੀ ਸਤ ਸੰਗਤ ਗੁਰੂ ਦੀ ਕਰਾਂਗਾ, ਏਦਾਂ ਮਨ ਬਣ ਗਿਆ ਹੈ। ਸ੍ਰੀ ਗੁਰ ਸੋ ਗੁਣ ਬਿਨ ਬਖਾਨੀ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਇਹ ਏਦਾਂ ਸਤਿਗੁਰਾਂ ਨੇ ਬੇਨਤੀ ਕੀਤੀ ਹੈ, ਨਗਰ ਦਿਖੇ ਆਨੇ ਗੁਣ ਖਾਨੀ। ਕਹਿੰਦੇ ਕੱਲ ਸਤਿਗੁਰਾਂ ਨੂੰ ਕਹਿੰਦਾ ਨਗਰ ਚਲੋ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਚਲੋ ਰਾਜਨ, ਅਸੀਂ ਆਪ ਜੀ ਦੇ ਨਗਰ ਵਿੱਚ ਜਾਣੇ ਕਾਂ ਗੁਣਾ ਦੀ ਖਾਨ ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਜਹ ਨੇਕ ਥੇ ਸੁੰਦਰ ਮੰਦਰ। ਕਹਿੰਦੇ ਜਿਹੜਾ ਇਹਨਾਂ ਦਾ ਨਗਰ ਸੀ ਮਦਰ ਬੈਣ ਰਾਜੇ ਦਾ ਬੜਾ ਸੁੰਦਰ ਸੀ ਤੇ ਉੱਚੇ ਉੱਚੇ ਸੋਹਣੇ ਸੋਹਣੇ ਘਰ ਸਨ ਇਸ ਨਗਰ ਵਿੱਚ, ਬੜੇ ਹੀ ਉੱਚੇ ਉੱਚੇ ਸੋਹਣੇ ਸੋਹਣੇ ਘਰ ਸਨ ਇਸ ਨਗਰ ਵਿੱਚ। ਸਟ ਪ੍ਰੰਕ ਦਸਾਵਾ ਅੰਦਰ। ਕਹਿੰਦੇ ਗਨ ਉਹਨੇ ਬੜਾ ਹੀ ਸੋਹਣਾ ਜਿਹੜਾ ਹੈ ਪਲੰਗਾ ਸਤਿਗੁਰਾਂ ਲਈ ਢਹਾਇਆ। ਰਾਜਾ ਸੀ ਅਕਸ਼ਰ ਤੇ ਬੜੇ ਸੋਹਣੇ ਸੋਹਣੇ ਪਲੰਗੇ ਸਨ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਸਤਿਕਾਰ ਕਰਦਿਆਂ ਹੋਇਆ ਸੁੰਦਰ ਪਲੰਗਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਲਈ ਦਾਣਾ ਕੀਤਾ ਗਿਆ। ਰੰਗ ਅਨੇਕ ਵਿਛਾਵਨ ਛਾਏ। ਕਹਿੰਦੇ ਗਨ ਅਨੇਕਾਂ ਰੰਗਾਂ ਦੇ ਵਿਛੋਣੇ ਵਿਛਾ ਦਿੱਤੇ, ਕਿਉਂਕਿ ਅਮੀਰ ਬੰਦਾ ਇਦਾਂ ਹੀ ਕਰਦਾ ਤੇ ਜਿਹੜਾ ਗਰੀਬ ਹੁੰਦਾ ਹੈ, ਗਰੀਬ ਕੋਲ ਕੁਝ ਹੁੰਦਾ ਨਹੀਂ, ਪਰ ਜੋ ਕੁਝ ਵੀ ਹੁੰਦਾ ਗਰੀਬ ਉਹ ਵੀ ਕਰਦਾ। ਗਰੀਬ ਕੋਲ ਏਡੇ ਸੋਹਣੇ ਕੱਪੜੇ ਸੁੰਦਰ ਕੱਪੜੇ ਨਹੀਂ ਹੁੰਦੇ, ਪਰ ਜੇ ਕਿਤੇ ਗੁਰੂ ਆ ਜਾਏ ਤੇ ਗੁਰੂ ਲਈ ਉਹ ਆਪਣੇ ਕੋਲ ਜੋ ਵੀ ਕੁਝ ਹੁੰਦਾ ਹੈ ਉਹ ਸਤਿਗੁਰਾਂ ਦੇ ਅੱਗੇ ਪੇਸ਼ ਕਰਦਾ ਰੱਖਦਾ। ਫਿਰ ਇਹ ਤੇ ਹੈ ਹੀ ਰਾਜਾ ਸੀ, ਇਸ ਲਈ ਰਾਜੇ ਦੇ ਘਰ ਬੜੇ ਸੁੰਦਰ ਸੁੰਦਰ ਜਿਹੜੇ ਕੱਪੜੇ ਸਨ ਉਹ ਪਲੰਘੇ ਦੇ ਉੱਪਰ ਵਿਛਾਉਣੇ ਕੀਤੇ। ਕਹਿੰਦਾ ਹਾਂ ਪਰ ਪੰਕਜ ਬਦਨ ਬਸਾਏ। ਫਿਰ ਕਹਿੰਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰਾਂ ਨੂੰ ਕਿਹਾ, ਸਤਿਗੁਰੂ ਜੀ ਕਿਰਪਾ ਕਰੋ ਇਸ ਪਲੰਘੇ ਤੇ ਬੈਠਣਾ ਕਰੋ। ਨਾਨਾ ਭਾਂਤ ਭਾਉ ਉਰਦ ਧਰ ਕੇ। ਕਹਿੰਦੇ ਗਨ ਅਨੇਕਾਂ ਤਰੀਕਿਆਂ ਨਾਲ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਈ ਪ੍ਰੇਮ ਧਰ ਕੇ ਹਿਰਦੇ ਰੂਪੀ ਘਰ ਵਿੱਚ ਘਰ ਨਿਜ ਰਾਖੇ ਸੁਖਦ ਵਿਚਾਰ ਕੇ। ਕਹਿੰਦੇ ਗਨ ਆਪਣੇ ਘਰ ਵਿੱਚ ਕਹਿੰਦੇ ਗਨ ਸੁੱਖਾਂ ਦੇ ਦਾਤੇ ਸਾਹਿਬ ਸੱਚੇ ਪਾਤਸ਼ਾਹ ਨੂੰ ਉਸ ਪਲੰਘੇ ਤੇ ਬਿਠਾਇਆ ਹੈ। ਸਤ ਸੰਗਤ ਕੀ ਰੀਤ ਪ੍ਰਗਾਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਵੀ ਜਾਂਦੇ ਆ ਨਾ ਉੱਥੇ ਧਰਮਸ਼ਾਲਾ ਬਣਾ ਦਿੰਦੇ। ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਉੱਥੇ ਧਰਮਸ਼ਾਲਾ ਬਣਾ ਦਿੰਦੇ, ਭਾਵੇਂ ਉਹ ਕਿਸੇ ਦੇ ਘਰ ਜਾਂਦੇ, ਭਾਵੇਂ ਕਿਸੇ ਦੇ ਨਗਰ ਵਿੱਚ ਜਾਂਦੇ, ਭਾਵੇਂ ਕਿਤੇ ਬਾਹਰ ਜਾਂਦੇ, ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨੂੰ ਧਰਮਸ਼ਾਲਾ ਬਣਾ। ਭਾਈ ਗੁਰਦਾਸ ਦਾ ਜੋ ਕਹਿਣ ਕਥਨ ਹੈ ਉਹ ਪੂਰਾ ਹੈ। ਕੀ ਕਹਿੰਦੇ ਭਾਈ ਗੁਰਦਾਸ? ਕਹਿੰਦੇ ਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ। ਕਹਿੰਦੇ ਘਰ ਘਰ ਦੇ ਅੰਦਰ ਧਰਮਸ਼ਾਲਾ ਬਣਾ ਦਿੱਤੀ ਗੁਰੂ ਨਾਨਕ ਸਾਹਿਬ, ਕਿਉਂਕਿ ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਉੱਥੇ ਹੀ ਧਰਮ ਦੀ ਗੱਲ ਕਰਦੇ, ਬਾਣੀ ਦੀ ਗੱਲ ਕਰਦੇ, ਮਾਲਕ ਦੀ ਗੱਲ ਕਰਦੇ, ਖਸਮ ਦੀ ਗੱਲ ਸੁਣਨ ਲਈ ਦੂਰੋਂ ਦੂਰੋਂ ਲੋਕ ਚੱਲ ਕੇ ਆਉਣ ਲੱਗਦਾ। ਹੁਣ ਜਦੋਂ ਮਦਰ ਬੈਣ ਰਾਜੇ ਦੇ ਘਰ ਸਤਿਗੁਰੂ ਪਲੰਘੇ ਤੇ ਬੈਠੇ ਤੇ ਕਹਿੰਦੇ ਕਨ ਇੱਥੇ ਸਤ ਸੰਗਤ ਦੀ ਰੀਤ ਚਲਾ ਦਿੱਤੀ ਵੀ ਲੋਕੀ ਸਤ ਸੰਗਤ ਕਰਨ, ਰਾਜੇ ਦੇ ਘਰ ਆਉਂਦੇ ਆ। ਰੀਤ ਪ੍ਰਕਾਸ਼ੀ ਕਹਿੰਦੇ ਸਤ ਸੰਗਤ ਦੀ ਰੀਤ ਪ੍ਰਕਾਸ਼ਮਾਨ ਕੀਤੀ। ਦੁਰਮਤ ਨਰ ਔਰ ਕੀਨ ਬਨਾਸੀ। ਕਹਿੰਦੇ ਜਿਹੜੇ ਦੁਰਮਤੀ ਵੀ ਸੰਗਤ ਵਿੱਚ ਆਉਂਦੇ ਨਾ ਤੇ ਸਤਿਗੁਰੂ ਜੀ ਉਹਨਾਂ ਦੀ ਦੁਰਮਤ ਭੈੜੀ ਮੱਤ ਕੱਟ ਕੇ ਤੇ ਉਹਨਾਂ ਨੂੰ ਗੁਰਮਤ ਦੇ ਧਾਰਨੀ ਬਣਾ ਦਿੰਦੇ। ਹੁਣ ਵੇਖੋ ਨਾ, ਕੋਈ ਬੰਦਾ ਆਉਂਦਾ ਸੰਗਤ ਵਿੱਚ ਮਾੜੀ ਮੱਤ ਲੈ ਕੇ ਆਵੇ, ਇਹ ਕਿਉਂਕਿ ਬਿਰਧ ਹੈ ਗੁਰੂ ਨਾਨਕ ਦੇ ਘਰ, ਭਾਵੇਂ ਕੋਈ ਮਾੜੀ ਮੱਤ ਲੈ ਕੇ ਆਇਆ, ਪਰ ਜਦੋਂ ਸਤਿਗੁਰੂ ਦੀ ਕਿਰਪਾ ਵਰਤ ਗਈ ਨਾ ਉਹ ਚੰਗਾ ਬਣ ਕੇ ਨਿਕਲਿਆ। ਅਸੀਂ ਕਾਂ ਵਰਗੀ ਬਿਰਤੀ ਲੈ ਕੇ ਆਉਂਦੇ ਹਾਂ। ਸਾਹਿਬ ਕਹਿੰਦੇ ਨਾ ਕਾਗੋ ਹੰਸ ਪਿਆ ਦਾ ਮਤਲਬ ਕੀ ਹੈ? ਅਸੀਂ ਕਾਂ ਵਰਗੀ ਬਿਰਤੀ ਲੈ ਕੇ ਆਉਂਦੇ ਹਾਂ ਗੁਰੂ ਕੋਲ, ਪਰ ਗੁਰੂ ਐਸਾ ਸਮਰੱਥ ਹੈ ਕਿ ਸਾਡੀ ਕਾਂ ਵਰਗੀ ਬਿਰਤੀ ਖਤਮ ਕਰਕੇ ਸਾਨੂੰ ਹੰਸ ਬਣਾ ਕੇ ਕੱਢਦਾ। ਇਹ ਗੱਲ ਵੱਖਰੀ ਕਿ ਬਾਹਰ ਜਾ ਕੇ ਅਸੀਂ ਕੱਪੜੇ ਫਿਰ ਬਦਲ ਲਈਏ ਤੇ ਕਾਂ ਬਣ ਗਈ, ਪਰ ਇੱਥੇ ਜਦੋਂ ਆਉਂਦੇ ਆ ਕਾਂ ਵਾਲੀ ਬਿਰਤੀ ਲੈ ਕੇ ਆਉਂਦੇ ਆ ਤੇ ਗੁਰੂ ਹੰਸ ਵਰਗੀ ਬਿਰਤੀ ਸਾਨੂੰ ਦਿੰਦਾ ਹੈ। ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਕਹਿੰਦੇ ਆ ਕਿ ਗੁਰੂ ਦੁਰਮਤੀਆਂ ਨੂੰ ਭੈੜੀ ਮੱਤ ਕੋਈ ਲੈ ਕੇ ਆਉਂਦਾ ਹੈ ਤੇ ਉਹਨੂੰ ਗੁਰਮਤ ਦਾ ਧਾਰਨੀ ਬਣਾ ਕੇ ਸਤਿਗੁਰੂ ਕਰਦਾ ਹੈ। ਭੈੜੀ ਮੱਤ ਲੈ ਕੇ ਆਇਆ ਸਹਿਬ ਖਾਨ, ਭੈੜੀ ਮੱਤ ਕੀ ਕਹਿੰਦਾ? ਔਰੰਗੇ ਦੇ ਦਰਬਾਰ 'ਚ ਬਾਂਹ ਖੜੀ ਕਰਕੇ ਤਲਵਾਰ ਲਸ਼ਕਾ ਕੇ ਮਿਆਨ ਚੋਂ ਕੱਢ ਕੇ ਕਹਿੰਦਾ ਕਿ ਮੈਂ
गोबिंद दा काफिर दा सिर वढ़ के तेरे चरना च रखांगा। पर अंगे नहीं, पर जिदन अखा न अखा मिलदियां कलगीधर पातशाह नाल ते साहब कहंदे वार कर, तू ते सिर वढ़न लई आया ते कहंदा मैनूं आप जी दे विचों अल्लाह दे दर्शन होए, अल्लाह दर्शन होए ते मैं अपने खुदा अपने अल्लाह ते किवें कृपान चला सकदा। हथ चों तलवार छुट्टी, कलगीधर पातशाह दे चरनां ते नमन कीता, नमस्कार। साहब सच्चे पातशाह ने घुट के गले ना लाया, तां कहना भी दुरमती आउंदे गुरु घर, गुरमती बन के निकलते, दुरमत दे धारनी बंदे आउंदे गुरु दे घर विच, और फिर इथों तक भैड़ी मत लैके भी गला वढ़ के लैके जाना, ते गुरु ऐसी कृपा करदा उन्हें गुरमत दा धारनी बना के कढदा। इसलिए साहब सच्चे पातशाह जी कहंदे आ, गुरु की संगत करन दे लई दुरमत नर और कीन विनाशी, दुरमत भैड़ी मत सतगुरु जी उन्हां दी विनाश कर दिंदे हन। सब मह भाओ भगत प्रगटावा, सारियां दे अंदर करतार दी भगती नूं सतगुरु धन श्री गुरु नानक देव महाराज प्रगट करदे हन। सर्व देश ते नाम जपावा, कहते हन सारे ही देशां दे विच जिहड़े नर आउंदे आ, करतार जी सतगुरु धन श्री गुरु नानक देव महाराज जी उन्हां नूं नाम जपाउंदे हन। मधुर बैन तज हो मेरी ता, कहते हन मधुर बैन दे अंदर दी हौमे खत्म हो, ते जिदन हौमे खत्म हो जाती है उदन गुरु की कृपा वरत जाती है। ये हौमे ही है जिहड़ी गुरु नाल सानूं जुड़न नहीं देती, हौमे ही है साडी, अपने आपे दी हौमे है, पैसे दी हौमे है, पता नहीं होर कादी कादी हौमे सन, ये नहीं सानूं गुरु नाल जुड़न देती। सब क्या हौमै दीर्घ रोग है, दारू पी इस माही, कृपा करै जिस अपनी सो गुर का शब्द कमाही। कहते फिर जिन्हां ते गुरु की कृपा वरतदी आ, फिर गुरु का शब्द कमान लग पैंदे, क्योंकि हौमे करके ही साडा संबंध नहीं बनता। ते जिदन हौमे खत्म हो जाती है उदन गुरु नाल संबंध बनता है, ते जिदन गुरु नाल संबंध बनता है फिर साहब कहते गुरु का शब्द कमाना शुरू हो जाता है। की कहते गुरु नानक साहब जी कृपा वरती ते कहते कन हिरदे चो हौमे खत्म हो गई है, सेवै सतगुर चरण सो पीता, कहते कन धन श्री गुरु नानक देव महाराज जी दे चरना उन्हां ते नतमस्तक हुंदा है, गर्भस्थ सतगुरां दे चरनां नूं जपदा सिमरदा है। जगत को वंदन सगरे नासे, कहते कन जगत दे बंधनां नूं कट्टण वाले कन मेरे सतगुरु दे मुबारक वचन, एक एक वचन सुन के हिरदे नूं ठंड दिंदी, ठंडक मिलदी, आनंद मिलता। इसलिए सतगुरु एक एक वचन जदों करते हैं ना, मधुर बैन राजे के हिरदे च ठंड वरतदी, आनंद मिलता है। हिरदे आत्म ज्ञान प्रगासे, हिरदे रूपी घर च आत्मा का ज्ञान प्रगट हो गया, प्रकाश हो गया। जिहड़ी आत्मा बारे असीं कदी सोचिया नहीं ना, वैसे आत्मा जिहड़ी आत्मा है ना, ये परमात्मा का रूप है। इनू आत्मा तां कहा जाता क्योंकि परमात्मा परमात्मा का रूप है, तानू आत्मा कहते। इसलिए ये करतार की अंश है, ये साडे अंदर ही है, किते बाहर नहीं है, कोई शरीर का पार्ट नहीं है, कोई हिस्सा नहीं है। मतलब कि बॉडी का जिवें अपने हड्डियां मिज नाड़ा इत्यादि इदा एक हवा ही कह लो, जिन्हों सतगुरु कहते हर जीओ गुफा अंदर रख के वाजा पवन बजाया, वो हवा वो वाजा आ वाजा पिया ना, इनू जो पखा गेड़ते हैं तो तां सुर अलापदा है। जे पखा ना वजे, हवा ना वजे, हवा ना भरे तो इसका सुर नहीं निकलेगा वाजे। जे हवा है तो सुर है, जे हवा नहीं तो सुर नहीं। पखा पाड़ जाए तो वाजा नहीं बज सकता, जे इस वाजे का पखा पाड़ दे तो वाजा नहीं बजेगा, जोर ला ले, क्योंकि हवा भरती है तो सुर उत्पन्न होता है। सिस्टम ही इदा का बनाया, इदा का सिस्टम बनाया। इसलिए साहब सच्चे पातशाह ने साडे अंदर भी वो सिस्टम बनाया। करतार ने हवा टकाई कै, हवा भर दी तो आवाज आती है, जे हवा कढ़ लेंदा है तो आवाज खत्म हो जाती है। उन्ना तक है जिन्ना तक हवा अंदर है।
हर जियो गुफा अंदर रख के वाजा पवन वजाया वाजा पौन 9 द्वारे प्रगट किए 10वां गुप्त रखाया। इसलिए साहब सच्चे पातशाह जी कहते हैं हुण हिरदे रूपी घर विच आत्मा का ज्ञान होना शुरू हो गया है। करना पाए विशाल निहाला, करना कहते ने कृपा, कहते धन श्री गुरु नानक देव महाराज जी की विशाल कृपा प्राप्त की ते अंदर हिरदे रूपी घर विच निहाल हो गया। जदों नट नारायण राग पढ़ते हैं उते सतगुरां ने बड़ी वारी निहाल 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 शब्द वरते, 4-4 वारी 5-5 वारी सतगुरां ने निहाल शब्द वरते। इदा फिर निहालता वरत जाती है कि बंदा निहाल 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 हो जाता है। कहते हैं जदों सतगुरु की एडी कृपा प्राप्त की ना, हिरदे च बड़ी वध खुशी ते अंदर बड़ा निहाल हो गया है। बनवाईपुर मह धर्मशाला, और इत्थे भी फिर सतगुरां ने धर्मशाला बनाई। मेरे ख्याल से जी ये चौथी धर्मशाला है ना। 3 धर्मशाला का आपां जिक्र कर चुके हैं कि सब तो पहली जिहड़ी धर्मशाला बनाई वो कामुक नगर जिहड़ा जिन्हों जादू नगरी भी कहते हैं उत्थे बनाई। फिर साहब सच्चे पातशाह ने अगे आके एक होर नगर जो इनू लंघे उत्थे धर्मशाला सतगुरां ने बनाई। फिर साल सराय जोरी इन्हां को धर्मशाला, फिर आ जिहड़ी है सतगुरां ने धर्मशाला जिहड़ी है इत्थे भी सतगुरां ने बनाना की। मधुर बैन राजे कोल भी सतगुरां ने धर्मशाला बनाई है। देख चलावन लगो अपंगा, कहते हैं भाई साहब मधुर बैन हर रोज देग का मतलब इत्थे लंगर है कि हर रोज कहते कण देग चलावन लग्यो अपंगा। हर रोज करतार की कृपा के सदका काल पुरख करते दे नाम ते देग चलनी चाहिए है, लंगर चलने चाहिए। कण इत्थे भंगा भंग ना होवे, भंग ना होवे, लंगर की रीत इदां ही चलती रहे इस जगह पे इस स्थान ते निदा प्रति। भोजन संगत अजैन संगा, कहते कहना जिहड़ी संगत आवे ना उस संगत निदा प्रति इस भोजन नूं छके, निशंगा बिना शंके। कोई भी इत्थे गरीब आवे ते उहनूं प्रशादा मिले इस धर्मशाला। कोई भी गरीब आवे ते उहनूं इत्थे रहण लई जगह मिले इस धर्मशाला। इसलिए मेरे सतगुरां ने इस जगह ते धर्मशाला जिहड़ी है वो बनाना कीती है। गुरु घर भी इसे लिए बनाए सन, निशान साहब भी इसे लिए झुलते हैं कि दूरों कोई वेखे कि इत्थे गुरु घर है तो इत्थे चले जाइए कि तू प्रशादा मिलेगा, इत्थे रहण दी जगह मिलेगी। पर यह भी कोई शरारती अंसर ना हो जिवें अज दा दौर चल रहा है। पर इत्थे किसी नूं मना नहीं है, कोई भी आवे गुरु का लंगर छक सकता, कोई आवे रह सकता। पर उहदे लई हुण हदायतां ये भी ने ना भी कोई इदां दा ना होवे जिहड़ा बेपति करे। पर वो टाइम तो चलो है ही इदां दा सी, कोई इदां दे बंदे नहीं सन। इसलिए सतगुरां ने इदां धर्मशाला बनाई। ते एक मैं लुधियाने च वेख्या भी वो उत्ते लिखिया भी ये गरीबां दा सहारा जी फलाना जी बड़ा कुछ लिखिया उहदे बाद। ते असीं 7:30 बजे गए, 7:30 पोस्टर लाने वास्ते। ते 7:30 बजे गए तो बाहरों ताला लगाया। तो मैं जो नाल दा सिंह सी ना, मैं नाल दे सिंह नूं कहा, मैं कहा वेख बड़ी सोहनी लिखी बात भी गुरु घर गरीबां दा सहारा है, दवाखाना है, आ है वो है, बड़ा कुछ लिखा। तो मैं कहा भी 7:30 इन्होंने ताला लगे किस गरीब का सहारा की करनगे। 7:30 बजे इन्हां ताला ला दिता है। दवा की किसी को लोड़ पै गई तो किहड़ा आके इत्थे दवाई दवे। लिखण च कुछ होर आ सी, दिखण च कुछ होर आ सी। इसलिए जो लिखते हैं वो दिखाइए कि वाकई गुरु घर गरीब का सहारा है। और ये गुरु नानक साहब तो शुरू हो गया धर्मशाला बननियां। और काहदे लई? धर्म दे लई। हुण ये भी गल करना भी जिहड़ा बंदा कहंदा भी सिख ते धर्म ही नहीं है, तो सतगुरां ने तो सिख धर्म के नां ते धर्मशाला भी बनवानियां शुरू कर दित्तियां गुरु नानक साहब। इसलिए साहब सच्चे पातशाह धन श्री गुरु नानक देव महाराज जी कृपा करन समय की संपन्नता है। इतों ही कल अगे विचार आरंभ कर लवांगे। बेनत प्रकार दी गलतियां की महापुरु संगत साहब सच्चे पातशाह
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋ ਬਖਸ਼ ਲੈਣਾ ਕੀ ਫਤਿਹ ਦੀ ਸਾਂਝ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।